ਹੁਣ ਤੱਕ ਸਕੂਲਾਂ ਵਿੱਚ ਇਹੀ ਸਿਖਾਇਆ ਗਿਆ ਹੈ ਕਿ ਆਪਾਂ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ, ਜਿਸ ਦੇ ਕਾਰਨ ਇੰਡੀਆ 2 ਹਿੱਸਿਆਂ ਵਿੱਚ ਵੰਡਿਆ ਗਿਆ। 3 ਜੂਨ 1947 ਨੂੰ ਬ੍ਰਿਟਿਸ਼ ਇੰਡੀਆ ਦੇ ਗਵਰਨਰ ਜਨਰਲ ਮਾਊਂਟ ਲਾਰਡ ਬੈਟਨ ਨੇ ਇਸ ਦਿਨ ਇਹ ਫੈਸਲਾ ਲੈਣਾ ਸੀ ਕਿ ਆਜ਼ਾਦ ਭਾਰਤ ਦਾ ਨਕਸ਼ਾ ਕਿਹੋ ਜਿਹਾ ਹੋਵੇਗਾ। ਮਾਊਂਟ ਬੈਟਨ ਦੇ ਨਾਲ ਇਸ ਮੀਟਿੰਗ ਵਿੱਚ ਜਵਾਹਰ ਲਾਲ ਨਹਿਰੂ, ਸਿੱਖਾਂ ਦੇ ਲੀਡਰ ਸਰਦਾਰ ਬਲਦੇਵ ਸਿੰਘ ਤੇ ਮੁਸਲਮਾਨਾਂ ਲਈ ਅਲੱਗ ਦੇਸ਼ ਦੀ ਮੰਗ ਕਰਨ ਵਾਲੇ ਮੁਹੰਮਦ ਅਲੀ ਜਿਨਾਹ ਵੀ ਸਨ। ਮਾਊਂਟ ਬੈਟਨ ਨੇ ਇਸ ਦਿਨ ਪੂਰੇ ਦੇਸ਼ ਨੂੰ ਆਲ ਇੰਡੀਆ ਰੇਡੀਓ ਰਾਹੀਂ ਭਾਰਤ ਦੀ ਹੋਣ ਵਾਲੀ ਪਾਰਟੀਸ਼ਨ ਬਾਰੇ ਦੱਸਿਆ। ਇੰਡੀਆ ਦੀ ਇਸ ਵੰਡ ਦੇ ਪਲਾਨ ਨੂੰ ਮਾਊਂਟ ਬੈਟਨ ਪਲਾਨ ਆਫ 1947 ਕਿਹਾ ਜਾਂਦਾ ਹੈ। 4 ਜੂਨ 1947 ਨੂੰ ਮਾਊਂਟ ਬੈਟਨ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ। ਇਸ ਕਾਨਫਰੰਸ ਵਿੱਚ ਉਸਨੇ ਐਲਾਨ ਕੀਤਾ ਕਿ ਬ੍ਰਿਟਿਸ਼ ਸਰਕਾਰ ਅਗਸਤ ਵਿੱਚ ਇੰਡੀਆ ਨੂੰ ਛੱਡ ਕੇ ਚਲੀ ਜਾਵੇਗੀ ਤੇ 15 ਅਗਸਤ ਨੂੰ ਇਹ ਪਾਵਰ ਇੰਡੀਆ ਦੀ ਸਰਕਾਰ ਨੂੰ ਟ੍ਰਾਂਸਫਰ ਕੀਤੀ ਜਾਵੇਗੀ। ਇਹ ਖਬਰ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਹਲਚਲ ਮਚ ਗਈ, ਕਿਉਂਕਿ ਅੰਗਰੇਜ਼ਾਂ ਦਾ ਇੰਡੀਆ ਨੂੰ ਛੱਡਣ ਦਾ ਪਲਾਨ ਪਹਿਲਾਂ ਜੂਨ 1948 ਨੂੰ ਸੀ ਤੇ ਹੁਣ ਸਿਰਫ 72 ਦਿਨਾਂ ਵਿੱਚ ਆਜ਼ਾਦੀ ਵੀ ਮਿਲਣੀ ਸੀ ਤੇ ਬਟਵਾਰਾ ਵੀ ਹੋਣਾ ਸੀ। ਤੇ ਇੱਕ ਹੋਰ ਵੱਡਾ ਸਵਾਲ ਪੈਦਾ ਇਹ ਹੁੰਦਾ ਸੀ ਕਿ ਦੇਸ਼ ਕਿੰਨੇ ਬਾਨੇ ਹਨ, ਸਿਰਫ 2 ਜਾਂ 565? ਬ੍ਰਿਟਿਸ਼ ਇੰਡੀਆ ਵਿੱਚ ਛੋਟੀਆਂ ਤੇ ਵੱਡੀਆਂ ਮਿਲਾ ਕੇ ਕੁੱਲ 565 ਰਿਆਸਤਾਂ ਸਨ। ਇਹਨਾਂ ਰਿਆਸਤਾਂ ਦੇ ਰਾਜਿਆਂ ਨੇ ਬ੍ਰਿਟਿਸ਼ ਸਰਕਾਰ ਨਾਲ ਪੈਰਾਮਾਊਂਟ ਸੀ ਨਾਮ ਦੀ ਐਗਰੀਮੈਂਟ ਸਾਈਨ ਕੀਤੀ ਹੋਈ ਸੀ। ਇਹ ਰਾਜੇ ਬ੍ਰਿਟਿਸ਼ ਸਰਕਾਰ ਦੇ ਹੇਠਾਂ ਤਾਂ ਕੰਮ ਕਰਦੇ ਸਨ, ਪਰ ਪੂਰੀ ਤਰ੍ਹਾਂ ਗੁਲਾਮ ਨਹੀਂ ਸੀ, ਜਿਸ ਕਾਰਨ ਇਹਨਾਂ ਵਿੱਚੋਂ ਕੁਝ ਰਾਜਿਆਂ ਦੀ ਆਪਦੀ ਸੈਨਾ, ਕਾਨੂੰਨ ਤੇ ਕਈਆਂ ਕੋਲ ਆਪਦੀ ਕਰੰਸੀ ਵੀ ਸੀ। ਤੇ ਹੁਣ ਜਦੋਂ ਅੰਗਰੇਜ਼ ਇੰਡੀਆ ਨੂੰ ਛੱਡ ਕੇ ਜਾ ਰਹੇ ਸੀ ਤਾਂ ਉਹਨਾਂ ਦਾ ਇਹ ਪੈਰਾਮਾਊਂਟ ਸੀ ਐਗਰੀਮੈਂਟ ਵੀ ਖਤਮ ਹੋ ਜਾਣਾ ਸੀ, ਜਿਸ ਤੋਂ ਬਾਅਦ ਸਾਰੇ ਰਾਜੇ ਆਪਦੇ ਰਾਜ ਭਾਗ ਦਾ ਫਿਊਚਰ ਆਪ ਡਿਸਾਈਡ ਕਰ ਸਕਦੇ ਸਨ। ਇਹਦਾ ਨਤੀਜਾ ਇਹ ਨਿਕਲਿਆ ਕਿ ਆਜ਼ਾਦੀ ਤਾਂ ਮਿਲ ਰਹੀ ਸੀ, ਪਰ ਹੁਣ 565 ਰਿਆਸਤਾਂ ਦੇ ਰਾਜਿਆਂ ਕੋਲ ਹੱਕ ਸੀ ਕਿ ਉਹ ਹੁਣ ਇੰਡੀਪੈਂਡੈਂਟ ਰਹਿ ਕੇ ਆਪਣਾ ਅਲੱਗ ਦੇਸ਼ ਬਣਾ ਸਕਦੇ ਸਨ, ਜਿਸ ਕਾਰਨ ਇੰਡੀਆ ਦਾ ਪੂਰਾ ਨਕਸ਼ਾ ਖਰਾਬ ਹੁੰਦਾ ਸੀ, ਕਿਉਂਕਿ ਹਰ 100 ਕਿਲੋਮੀਟਰ ਤੇ ਕੋਈ ਨਾ ਕੋਈ ਅਲੱਗ ਦੇਸ਼ ਬਣਨ ਵਾਲਾ ਸੀ, ਜਿਸ ਤੋਂ ਬਾਅਦ ਇੰਡੀਆ ਨੂੰ ਫਿਊਚਰ ਦੀਆਂ ਲੜਾਈਆਂ ਵਿੱਚ ਕਾਫੀ ਖਤਰਾ ਹੋ ਸਕਦਾ ਸੀ, ਕਿਉਂਕਿ ਉਧਰ ਪਾਕਿਸਤਾਨ ਬਣਾਉਣ ਵਾਲੇ ਮੁਹੰਮਦ ਅਲੀ ਜਿਨਾਹ ਇਹਨਾਂ ਛੋਟੇ-ਛੋਟੇ ਰਾਜਿਆਂ ਨੂੰ ਮਨਾਉਣ ਵਿੱਚ ਲੱਗਿਆ ਹੋਇਆ ਸੀ ਕਿ ਉਹ ਸਭ ਪਾਕਿਸਤਾਨ ਵਿੱਚ ਮਿਲ ਜਾਣ ਤੇ ਪਾਕਿਸਤਾਨ ਉਹਨਾਂ ਦੀ ਹਰ ਪੱਖ ਤੋਂ ਮਦਦ ਕਰੇਗਾ, ਚਾਹੇ ਉਹ ਪੈਸਾ ਹੋਵੇ ਜਾਂ ਹਥਿਆਰ। ਪਰ ਮਾਊਂਟ ਬੈਟਨ ਨੂੰ ਪਤਾ ਸੀ ਕਿ ਜੇ ਇੰਡੀਆ ਇੱਕ ਨਾ ਰਿਹਾ ਅਤੇ 565 ਅਲੱਗ ਦੇਸ਼ ਬਣ ਗਏ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਛੋਟੇ-ਛੋਟੇ ਦੇਸ਼ ਆਪਸ ਵਿੱਚ ਲੜ-ਲੜ ਮਰ ਜਾਣਗੇ। ਵੰਡ ਤੋਂ ਪਹਿਲਾਂ ਹੀ ਹਿੰਦੂ ਮੁਸਲਮਾਨ ਆਪਸ ਵਿੱਚ ਲੜ ਰਹੇ ਸਨ। ਕਲਕੱਤਾ ਤੇ ਪੰਜਾਬ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਾਨ ਗਵਾ ਰਹੇ ਸੀ ਤੇ ਜਿੰਨੀਆਂ ਵੀ ਉਸ ਵੇਲੇ ਰਿਆਸਤਾਂ ਸਨ, ਉਹਨਾਂ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਜਿਸ ਰਾਜ ਵਿੱਚ ਜ਼ਿਆਦਾ ਗਿਣਤੀ ਹਿੰਦੂਆਂ ਦੀ ਸੀ, ਉੱਥੋਂ ਦਾ ਰਾਜਾ ਮੁਸਲਮਾਨ, ਤੇ ਜਿੱਥੇ ਰਾਜਾ ਹਿੰਦੂ ਸੀ ਉੱਥੇ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ ਸੀ। ਮਾਊਂਟ ਬੈਟਨ ਨੂੰ ਇਹ ਫਿਕਰ ਸੀ ਕਿ ਜੇ ਉਸਦੇ ਇਸ ਫੈਸਲੇ ਕਾਰਨ ਇੰਨਾ ਖੂਨ ਖਰਾਬਾ ਹੋਵੇਗਾ ਤਾਂ ਆਉਣ ਵਾਲੀਆਂ ਨਸਲਾਂ ਉਸਨੂੰ ਕਦੇ ਮਾਫ ਨਹੀਂ ਕਰ ਸਕਣਗੀਆਂ। ਇਸ ਲਈ ਉਸਨੇ ਜਵਾਹਰ ਲਾਲ ਨਹਿਰੂ ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਇੰਡੀਆ ਨੂੰ ਇਕਜੁੱਟ ਕਰਨ ਵਿੱਚ ਪੂਰੀ ਮਦਦ ਕਰੇਗਾ, ਜਿਸ ਦੇ ਚੱਲਦੇ ਮਾਊਂਟ ਬੈਟਨ ਦੀ ਦੇਖਰੇਖ ਵਿੱਚ ਇੰਸਟਰੂਮੈਂਟ ਆਫ ਐਕਸੈਸ਼ਨ ਨਾਮ ਦਾ ਦਸਤਾਵੇਜ਼ ਤਿਆਰ ਕੀਤਾ ਗਿਆ, ਜਿਸ ਤੇ ਸਾਈਨ ਕਰਨ ਤੋਂ ਬਾਅਦ ਰਿਆਸਤਾਂ ਪੂਰੇ ਤੌਰ ਤੇ ਇੰਡੀਆ ਵਿੱਚ ਮਿਲ ਸਕਦੀਆਂ ਸਨ। ਸਾਰੇ ਰਾਜਿਆਂ ਨੂੰ ਇਹ ਕਾਗਜ਼ ਸਾਈਨ ਕਰਨ ਲਈ ਭੇਜਿਆ ਗਿਆ, ਪਰ ਰਾਜੇ ਡਰੇ ਹੋਏ ਸੀ। ਉਹਨਾਂ ਦਾ ਸੋਚਣਾ ਸੀ ਕਿ ਇੰਨੇ ਸਾਲ ਗੋਰੀ ਸਰਕਾਰ ਦੀ ਗੁਲਾਮੀ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਨਵੀਂ ਇੰਡੀਆ ਦੀ ਸਰਕਾਰ ਦੀ ਗੁਲਾਮੀ ਕਰਨੀ ਪਵੇਗੀ। 11 ਜੂਨ 1947 ਨੂੰ ਤਰਾਵਨਕੋਰ ਰਿਆਸਤ, ਜਿਸ ਦੇ ਵਿੱਚ ਅੱਜ ਦਾ ਕੇਰਲਾ ਅਤੇ ਤਾਮਿਲਨਾਡੂ ਦਾ ਹਿੱਸਾ ਆਉਂਦਾ ਹੈ, ਉਸਨੇ ਐਲਾਨ ਕੀਤਾ ਕਿ ਉਹ ਆਜ਼ਾਦੀ ਤੋਂ ਬਾਅਦ ਆਪਦਾ ਅਲੱਗ ਦੇਸ਼ ਬਣਾਉਣਗੇ ਅਤੇ ਉਸ ਦੇ ਅਗਲੇ ਹੀ ਦਿਨ 12 ਜੂਨ ਨੂੰ ਹੈਦਰਾਬਾਦ ਨੇ ਵੀ 15 ਅਗਸਤ ਤੋਂ ਬਾਅਦ ਆਪਦੀ ਰਿਆਸਤ ਨੂੰ ਆਜ਼ਾਦ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਸਭ ਹੁੰਦਾ ਦੇਖ 5 ਜੁਲਾਈ 1947 ਨੂੰ ਸਰਦਾਰ ਵੱਲਭ ਭਾਈ ਪਟੇਲ ਨੇ ਆਲ ਇੰਡੀਆ ਰੇਡੀਓ ਰਾਹੀਂ 565 ਰਾਜਿਆਂ ਨੂੰ ਮਿਲਣ ਲਈ ਸੰਦੇਸ਼ ਭੇਜਿਆ, ਪਰ ਸਿਰਫ ਕੁਝ ਰਾਜੇ ਹੀ ਮੀਟਿੰਗ ਵਿੱਚ ਪਹੁੰਚੇ ਤੇ ਜਿਹੜੇ ਪਹੁੰਚੇ ਉਹਨਾਂ ਵਿੱਚੋਂ ਜ਼ਿਆਦਾ ਇੰਸਟਰੂਮੈਂਟ ਆਫ ਐਕਸੈਸ਼ਨ ਸਾਈਨ ਕਰਨਾ ਨਹੀਂ ਚਾਹੁੰਦੇ ਸਨ। 15 ਅਗਸਤ ਨੂੰ ਸਿਰਫ 46 ਦਿਨ ਰਹਿ ਗਏ ਸੀ ਤੇ ਹਜੇ ਵੀ ਬਹੁਤ ਰਿਆਸਤਾਂ ਇੰਡੀਆ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੀਆਂ ਸਨ, ਖਾਸ ਕਰਕੇ ਵੱਡੀਆਂ ਰਿਆਸਤਾਂ। ਇਸ ਤੋਂ ਬਾਅਦ ਮਾਊਂਟ ਬੈਟਨ ਨੇ ਦੁਬਾਰਾ ਖੁਦ ਇਹਨਾਂ ਰਾਜਿਆਂ ਨੂੰ ਮੀਟਿੰਗ ਦਾ ਸੰਦੇਸ਼ ਭੇਜਿਆ ਤੇ 25 ਜੁਲਾਈ 1947 ਨੂੰ ਉਸਨੇ 100 ਤੋਂ ਵੱਧ ਰਾਜਿਆਂ ਸਾਹਮਣੇ ਇਹ ਐਲਾਨ ਕੀਤਾ ਕਿ 15 ਅਗਸਤ ਨੂੰ ਬ੍ਰਿਟਿਸ਼ ਸਰਕਾਰ ਇੰਡੀਆ ਸਰਕਾਰ ਨੂੰ ਪਾਵਰ ਟ੍ਰਾਂਸਫਰ ਕਰ ਦੇਵੇਗੀ ਤੇ ਸਾਰੀਆਂ ਰਿਆਸਤਾਂ ਨੂੰ ਜਲਦੀ ਹੀ ਫੈਸਲਾ ਲੈਣਾ ਪਵੇਗਾ ਕਿ ਉਹਨਾਂ ਨੇ ਇੰਡੀਆ ਨਾਲ ਮਿਲਣਾ ਹੈ ਜਾਂ ਪਾਕਿਸਤਾਨ ਨਾਲ, ਜਾਂ ਫਿਰ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਹਨ। ਮਾਊਂਟ ਬੈਟਨ ਨੇ ਇਸ ਮੀਟਿੰਗ ਵਿੱਚ ਰਾਜਿਆਂ ਨੂੰ ਇੰਡੀਆ ਨਾਲ ਮਿਲਣ ਦੇ ਕਾਫੀ ਫਾਇਦੇ ਦੱਸੇ ਕਿ ਕਿਵੇਂ ਜੇ ਉਹ ਇੰਡੀਆ ਵਿੱਚ ਮਿਲਦੇ ਹਨ ਤਾਂ ਭਾਰਤ ਸਰਕਾਰ ਇਹਨਾਂ ਸਾਰੇ ਰਾਜਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਖਾਸ ਰਿਆਇਤਾਂ ਦੇਵੇਗੀ। ਤੇ ਅਖੀਰ ਵਿੱਚ ਮਾਊਂਟ ਬੈਟਨ ਨੇ ਕਿਹਾ
ਕਿ ਜੇ ਰਾਜੇ ਇਹ ਸੋਚਦੇ ਹਨ ਕਿ ਅਲੱਗ ਦੇਸ਼ ਬਣਾਉਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਉਹਨਾਂ ਦੀ ਕੋਈ ਮਦਦ ਕਰੇਗੀ ਤਾਂ ਇਹ ਗਲਤ ਹੈ, ਕਿਉਂਕਿ 15 ਅਗਸਤ ਤੋਂ ਬਾਅਦ ਬ੍ਰਿਟਿਸ਼ ਸਰਕਾਰ ਇੰਡੀਆ ਦੇ ਕਿਸੇ ਵੀ ਅੰਦਰੂਨੀ ਅਤੇ ਬਾਹਰੀ ਮਸਲੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰੇਗੀ। ਮਾਊਂਟਬੈਟਨ ਦੀ ਇਸ ਮੀਟਿੰਗ ਦਾ ਭਾਰਤ ਨੂੰ ਬਹੁਤ ਫਾਇਦਾ ਹੋਇਆ, ਕਿਉਂਕਿ ਜਦੋਂ ਰਾਜਿਆਂ ਨੂੰ ਇਹ ਪਤਾ ਲੱਗਿਆ ਕਿ ਅੰਗਰੇਜ਼ ਸਰਕਾਰ ਤੋਂ ਕੋਈ ਮਦਦ ਨਹੀਂ ਮਿਲਣੀ ਤਾਂ ਬਹੁਤ ਰਿਆਸਤਾਂ ਨੇ ਇੰਡੀਆ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਪਰ ਹਜੇ ਵੀ ਭਾਰਤ ਦੇ ਟੁਕੜੇ ਹੋਣ ਦਾ ਖਤਰਾ ਟਲਿਆ ਨਹੀਂ ਸੀ। ਹੈਦਰਾਬਾਦ ਹਜੇ ਵੀ ਅਲੱਗ ਦੇਸ਼ ਬਣਾਉਣਾ ਚਾਹੁੰਦਾ ਸੀ ਤੇ ਭੋਪਾਲ ਦਾ ਨਵਾਬ ਪਾਕਿਸਤਾਨ ਵਿੱਚ ਸ਼ਾਮਲ ਹੋਣ ਦੇ ਸੁਪਨੇ ਦੇਖ ਰਿਹਾ ਸੀ। ਉਧਰ ਜੂਨਾਗੜ੍ਹ ਅਤੇ ਜੋਧਪੁਰ ਦੀ ਰਿਆਸਤ ਨੇ ਹਜੇ ਤੱਕ ਕੋਈ ਫੈਸਲਾ ਨਹੀਂ ਲਿਆ ਸੀ। ਕਦੇ ਉਹ ਅਲੱਗ ਦੇਸ਼ ਬਣਾਉਣ ਦੀ ਗੱਲ ਕਰਦੇ ਸਨ ਅਤੇ ਕਦੇ ਪਾਕਿਸਤਾਨ ਨਾਲ ਮਿਲਣ ਦੀ। ਜੇ ਇਹ ਦੋਵੇਂ ਰਿਆਸਤਾਂ ਪਾਕਿਸਤਾਨ ਵਿੱਚ ਮਿਲਦੀਆਂ ਸਨ ਤਾਂ ਇਸ ਦਾ ਇੰਡੀਆ ਨੂੰ ਬਹੁਤ ਵੱਡਾ ਖਤਰਾ ਸੀ, ਕਿਉਂਕਿ ਇਹਨਾਂ ਦੋਵਾਂ ਰਿਆਸਤਾਂ ਦੀ ਸੀਮਾ ਪਾਕਿਸਤਾਨ ਨਾਲ ਮਿਲਦੀ ਸੀ। ਜੋਧਪੁਰ ਦਾ ਰਾਜਾ ਹਮੰਤ ਸਿੰਘ ਅਤੇ ਜੈਸਲਮੇਰ ਦਾ ਰਾਜਾ ਪਾਕਿਸਤਾਨ ਵਿੱਚ ਜਿਨ੍ਹਾਂ ਨੂੰ ਆਪਣੀਆਂ ਕੁਝ ਸ਼ਰਤਾਂ ਲੈ ਕੇ ਮਿਲਣਗੇ, ਜਿਨ੍ਹਾਂ ਵਿੱਚੋਂ ਮੇਨ ਮੰਗ ਸੀ ਕਿ ਜੇ ਪਾਕਿਸਤਾਨ ਚਾਹੁੰਦਾ ਹੈ ਕਿ ਜੋਧਪੁਰ ਪਾਕਿਸਤਾਨ ਵਿੱਚ ਮਿਲ ਜਾਵੇ ਤਾਂ ਕਰਾਚੀ ਪੋਰਟ ਦਾ ਪੂਰਾ ਕੰਟਰੋਲ ਜੋਧਪੁਰ ਨੂੰ ਦਿੱਤਾ ਜਾਵੇ ਤੇ ਦੂਜਾ ਹਥਿਆਰਾਂ ਦਾ ਖੁੱਲ੍ਹਾ ਇੰਪੋਰਟ ਤੇ ਐਕਸਪੋਰਟ ਹੋਵੇ। ਤੇ ਉਹਨਾਂ ਦੀ ਲਾਸਟ ਮੰਗ ਸੀ ਕਿ ਸਿੰਧ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਜੋਧਪੁਰ ਦਾ ਪੂਰਾ ਹੱਕ ਹੋਵੇ। ਇਹ ਸਭ ਸ਼ਰਤਾਂ ਜਿਨ੍ਹਾਂ ਨੇ ਮਨਜ਼ੂਰ ਕਰ ਲਈਆਂ। ਜਦੋਂ ਜਿਨ੍ਹਾਂ ਨੇ ਜੈਸਲਮੇਰ ਦੇ ਰਾਜੇ ਨੂੰ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਲਈ ਪੁੱਛਿਆ ਤਾਂ ਰਾਜੇ ਨੇ ਜਿਨ੍ਹਾਂ ਨੂੰ ਇੱਕ ਹੀ ਸਵਾਲ ਕੀਤਾ ਕਿ ਜਦੋਂ ਕਦੇ ਫਿਊਚਰ ਵਿੱਚ ਹਿੰਦੂ ਮੁਸਲਮਾਨਾਂ ਦੇ ਦੰਗੇ ਹੋਣਗੇ ਤਾਂ ਜਿਨ੍ਹਾਂ ਕਿਸ ਪਾਸੇ ਹੋਣਗੇ। ਇਸ ਸਵਾਲ ਦਾ ਜਿਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ, ਜਿਸ ਤੋਂ ਬਾਅਦ ਜੋਧਪੁਰ ਦੇ ਰਾਜੇ ਦੇ ਮਨ ਵਿੱਚ ਵੀ ਇਹ ਖਿਆਲ ਆਇਆ ਤੇ ਉਸਨੇ ਜਿਨ੍ਹਾਂ ਨੂੰ ਕਿਹਾ ਕਿ ਉਹ ਇੱਕ ਵਾਰ ਇੰਡੀਆ ਨਾਲ ਵੀ ਗੱਲਬਾਤ ਕਰਨੀ ਚਾਹੁੰਦਾ ਹੈ ਕਿ ਇੰਡੀਆ ਸਰਕਾਰ ਜੋਧਪੁਰ ਦੀ ਕੀ ਮਦਦ ਕਰੇਗੀ ਜੋ ਇੰਡੀਆ ਵਿੱਚ ਸ਼ਾਮਿਲ ਹੁੰਦਾ ਹੈ। ਇਹ ਸੁਣਨ ਤੋਂ ਬਾਅਦ ਜਿਨ੍ਹਾਂ ਨੇ ਇਹ ਮੀਟਿੰਗ ਖਾਰਜ ਕਰ ਦਿੱਤੀ। ਇਹ ਖਬਰ ਜਦੋਂ ਸਰਦਾਰ ਪਟੇਲ ਨੂੰ ਹੋਈ ਕਿ ਪਾਕਿਸਤਾਨ ਅਤੇ ਜੋਧਪੁਰ ਦੇ ਰਾਜੇ ਦੀ ਡੀਲ ਸਿਰੇ ਨਹੀਂ ਚੜੀ ਤਾਂ ਉਸਨੇ ਰਾਜਾ ਨੂੰ ਦਿੱਲੀ ਬੁਲਾਇਆ ਤੇ ਉਸ ਨੂੰ ਕਿਹਾ ਕਿ ਜੇ ਤੁਸੀਂ ਇੱਕ ਆਜ਼ਾਦ ਮੁਲਕ ਬਣਾਉਣਾ ਚਾਹੁੰਦੇ ਹੋ ਤਾਂ ਇੰਡੀਆ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ, ਪਰ ਜੇ ਕਦੇ ਆਉਣ ਵਾਲੇ ਸਾਲਾਂ ਵਿੱਚ ਪਾਕਿਸਤਾਨ ਜੋਧਪੁਰ ਉੱਤੇ ਹਮਲਾ ਕਰਦਾ ਹੈ ਤਾਂ ਜੋਧਪੁਰ ਇਹ ਉਮੀਦ ਨਾ ਰੱਖੇ ਕਿ ਇੰਡੀਆ ਉਹਨਾਂ ਦੀ ਕਿਸੇ ਵੀ ਹਾਲ ਵਿੱਚ ਮਦਦ ਕਰੇਗਾ। ਅਤੇ ਦੂਜੇ ਪਾਸੇ ਜੇ ਜੋਧਪੁਰ ਇੰਡੀਆ ਵਿੱਚ ਸ਼ਾਮਲ ਹੁੰਦਾ ਹੈ ਤਾਂ ਭਾਰਤ ਸਰਕਾਰ ਜੋਧਪੁਰ ਨੂੰ ਕੱਚ ਪੋਰਟ ਨਾਲ ਜੋੜ ਦੇਵੇਗੀ, ਜਿਸ ਨਾਲ ਉਹਨਾਂ ਦਾ ਵਪਾਰਕ ਨੁਕਸਾਨ ਨਹੀਂ ਹੋਵੇਗਾ। ਤੇ ਆਖਿਰਕਾਰ 11 ਅਗਸਤ 1947 ਨੂੰ ਆਜ਼ਾਦੀ ਤੋਂ ਸਿਰਫ 4 ਦਿਨ ਪਹਿਲਾਂ ਜੋਧਪੁਰ ਦੇ ਰਾਜੇ ਨੇ ਇੰਸਟਰੂਮੈਂਟ ਆਫ ਐਕਸੈਸ਼ਨ ਤੇ ਸਾਈਨ ਕਰਕੇ ਜੋਧਪੁਰ ਨੂੰ ਇੰਡੀਆ ਵਿੱਚ ਸ਼ਾਮਿਲ ਕਰ ਦਿੱਤਾ। 15 ਅਗਸਤ 1947 ਨੂੰ ਗੁਜਰਾਤ ਦੇ ਜੂਨਾਗੜ੍ਹ ਦੇ ਨਵਾਬ ਮੁਹੰਮਦ ਖਾਨ ਨੇ ਫੈਸਲਾ ਲਿਆ ਕਿ ਉਹ ਪਾਕਿਸਤਾਨ ਨਾਲ ਆਪਣੀ ਰਿਆਸਤ ਨੂੰ ਮਿਲਾਵੇਗਾ, ਜਿਸ ਦੀ ਖਬਰ 2 ਦਿਨ ਬਾਅਦ 17 ਅਗਸਤ ਨੂੰ ਬਾਹਰ ਆਈ ਤੇ ਹੁਣ ਜੂਨਾਗੜ੍ਹ ਦੀ 3300 ਸਕੁਅਰ ਮੀਲ ਜ਼ਮੀਨ ਪਾਕਿਸਤਾਨ ਵਿੱਚ ਮਿਲਣ ਜਾ ਰਹੀ ਸੀ। ਇਹਦੇ ਨਾਲ ਹੀ 6 ਲੱਖ ਲੋਕ ਜੋ ਕਿ ਜ਼ਿਆਦਾਤਰ ਹਿੰਦੂ ਸਨ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪਾਕਿਸਤਾਨ ਵਿੱਚ ਜਾ ਰਹੇ ਸਨ। ਪਰ ਇੰਡੀਆ ਸਰਕਾਰ ਨੇ ਜਿਵੇਂ ਤਿਵੇਂ ਜੂਨਾਗੜ੍ਹ ਦੀਆਂ 2 ਛੋਟੀਆਂ ਜਗੀਰਾਂ ਮੰਗਲੌਰ ਤੇ ਬਵਾਲੀਆ ਨੂੰ ਇੰਡੀਆ ਵਿੱਚ ਸ਼ਾਮਿਲ ਹੋਣ ਲਈ ਮਨਾ ਲਿਆ ਤੇ ਉਹ ਹੁਣ ਆਫੀਸ਼ੀਅਲੀ ਇੰਡੀਆ ਦਾ ਹਿੱਸਾ ਸਨ। ਜਿਸ ਦੇ ਜਵਾਬ ਵਿੱਚ ਮੁਹੰਮਦ ਖਾਨ ਨੇ ਇਹਨਾਂ ਜਗੀਰਾਂ ਵਿੱਚ ਆਪਣੀ ਫੌਜ ਭੇਜ ਦਿੱਤੀ ਤੇ ਹੁਣ ਇੰਡੀਆ ਵੀ ਜਵਾਬੀ ਕਾਰਵਾਈ ਕਰ ਸਕਦੀ ਸੀ, ਕਿਉਂਕਿ ਪਹਿਲ ਜੂਨਾਗੜ੍ਹ ਨੇ ਕੀਤੀ ਸੀ। ਇੰਡੀਆ ਨੇ ਵੀ ਮਾਊਂਟਬੈਟਨ ਦੀ ਮਦਦ ਨਾਲ ਆਪਣੀ ਫੌਜ ਨੂੰ ਭੇਜ ਕੇ ਜੂਨਾਗੜ੍ਹ ਨੂੰ 24 ਸਤੰਬਰ ਨੂੰ ਚਾਰੋਂ ਪਾਸੇ ਘੇਰਾ ਪਾ ਲਿਆ। ਹੁਣ ਮੁਹੰਮਦ ਖਾਨ ਤੇ ਹਰ ਪਾਸੋਂ ਖਤਰਾ ਮੰਡਰਾ ਰਿਹਾ ਸੀ। ਇੱਕ ਪਾਸੇ ਤਾਂ ਇੰਡੀਆ ਦੀ ਫੌਜ ਨੇ ਘੇਰਾ ਪਾਇਆ ਹੋਇਆ ਸੀ ਅਤੇ ਦੂਜੇ ਪਾਸੇ ਉਸਦੀ ਆਪਦੀ ਪ੍ਰਜਾ ਵੀ ਉਸਦਾ ਵਿਦਰੋਹ ਕਰ ਰਹੀ ਸੀ, ਜਿਸ ਦੇ ਕਾਰਨ ਨਵਾਬ ਮੁਹੰਮਦ ਖਾਨ ਜੂਨਾਗੜ੍ਹ ਛੱਡ ਕੇ ਪਾਕਿਸਤਾਨ ਭੱਜ ਗਿਆ ਤੇ ਜੂਨਾਗੜ੍ਹ 7 ਨਵੰਬਰ 1947 ਨੂੰ ਇੰਡੀਆ ਵਿੱਚ ਜੋੜ ਲਿਆ ਗਿਆ, ਜਿਸ ਤੋਂ ਬਾਅਦ ਭੋਪਾਲ ਨੂੰ ਇੰਡੀਆ ਵਿੱਚ ਜੋੜਨ ਦੀ ਵਾਰੀ ਸੀ। ਭੋਪਾਲ ਦੇ ਨਵਾਬ ਹਮੀਦੁੱਲਾ ਖਾਨ ਪਾਕਿਸਤਾਨ ਵਿੱਚ ਮਿਲਣਾ ਚਾਹੁੰਦੇ ਸਨ, ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਪਾਕਿਸਤਾਨ ਦਾ ਸੈਕਟਰੀ ਜਨਰਲ ਬਣਾਉਣ ਦਾ ਵਾਅਦਾ ਕੀਤਾ ਸੀ। ਪਰ ਹਮੀਦੁੱਲਾ ਖਾਨ ਦੀ ਦੋਸਤੀ ਮਾਊਂਟਬੈਟਨ ਨਾਲ ਬਹੁਤ ਗੂੜੀ ਸੀ। ਮਾਊਂਟਬੈਟਨ ਨੇ ਨਵਾਬ ਨੂੰ ਚਿੱਠੀ ਲਿਖੀ ਜਿਸ ਵਿੱਚ ਉਸਨੇ ਭੋਪਾਲ ਨੂੰ ਇੰਡੀਆ ਵਿੱਚ ਮਿਲਣ ਲਈ ਗੁਜ਼ਾਰਿਸ਼ ਕੀਤੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਨਵਾਬ ਇੰਡੀਆ ਵਿੱਚ ਮਿਲਣ ਲਈ ਤਿਆਰ ਹੋ ਗਿਆ। ਜੂਨਾਗੜ੍ਹ, ਜੋਧਪੁਰ ਤੇ ਭੋਪਾਲ ਦਾ ਮਸਲਾ ਤਾਂ ਹੱਲ ਹੋ ਗਿਆ ਸੀ, ਪਰ ਹਜੇ ਵੀ ਇੰਡੀਆ ਦੇ ਜਮਾਂ ਵਿਚਕਾਰ ਹੈਦਰਾਬਾਦ ਇੰਡੀਆ ਨਾਲ ਮਿਲਣ ਲਈ ਸਹਿਮਤ ਨਹੀਂ ਸੀ। ਹੈਦਰਾਬਾਦ ਦੇ ਨਿਜ਼ਾਮ ਮੀਰ ਉਸਮਾਨ ਅਲੀ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਹਿੰਦੁਸਤਾਨ ਵਿੱਚ ਸ਼ਾਮਿਲ ਨਹੀਂ ਹੋਵੇਗਾ, ਜਿਸ ਦਾ ਇੰਡੀਆ ਨੂੰ ਸਿੱਧਾ ਨੁਕਸਾਨ ਸੀ, ਕਿਉਂਕਿ ਹੈਦਰਾਬਾਦ ਸਭ ਤੋਂ ਵੱਡੀ ਰਿਆਸਤ ਸੀ। ਇਹਦੇ ਵਿੱਚ ਅੱਜ ਦੇ ਆਂਧਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਈ ਜ਼ਿਲ੍ਹੇ ਆਉਂਦੇ ਸਨ ਤੇ ਇਸ ਰਿਆਸਤ 'ਤੇ ਰਾਜ ਕਰਨ ਵਾਲੇ ਨਵਾਬ ਉਸ ਵੇਲੇ ਦੇ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।
15 ਅਗਸਤ 1947 ਨੂੰ ਹੈਦਰਾਬਾਦ ਉਹਨਾਂ ਰਿਆਸਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਦਾ ਹਿੰਦੁਸਤਾਨ ਵਿੱਚ ਸ਼ਾਮਲ ਹੋਣਾ ਤਾਂ ਦੂਰ, ਉਹ ਇਹ ਮੁੱਦੇ ਤੇ ਗੱਲ ਵੀ ਨਹੀਂ ਕਰਨੀ ਚਾਹੁੰਦੇ ਸਨ। ਨਵੰਬਰ 1947 ਨੂੰ ਨਿਜ਼ਾਮ ਦਾ ਸੈਨਾਪਤੀ ਕਾਸਿਮ ਰਜ਼ਵੀ ਦਿੱਲੀ ਆਇਆ ਜਦੋਂ ਇੰਡੀਆ ਸਰਕਾਰ ਨੇ ਉਹਨਾਂ ਨੂੰ ਵਾਰ-ਵਾਰ ਇੰਡੀਆ ਵਿੱਚ ਸ਼ਾਮਲ ਹੋਣ ਲਈ ਕਿਹਾ। ਕਾਸਿਮ ਰਜ਼ਵੀ ਨੇ ਸਰਦਾਰ ਪਟੇਲ ਨੂੰ ਧਮਕੀ ਦਿੱਤੀ ਕਿ ਜੇ ਇੰਡੀਆ ਸਰਕਾਰ ਉਹਨਾਂ ਤੇ ਪੋਲੀਟੀਕਲ ਪ੍ਰੈਸ਼ਰ ਬਣਾਵੇਗੀ ਤਾਂ ਹੈਦਰਾਬਾਦ ਵਿੱਚ ਰਹਿ ਰਹੇ ਹਿੰਦੂਆਂ ਲਈ ਇਹ ਚੰਗਾ ਨਹੀਂ ਹੋਵੇਗਾ। ਹੈਦਰਾਬਾਦ ਨੇ ਇੰਡੀਆ ਨਾਲ ਇੰਸਟਰੂਮੈਂਟ ਆਫ ਐਕਸੈਸ਼ਨ ਤਾਂ ਸਾਈਨ ਨਹੀਂ ਕੀਤਾ ਸੀ, ਪਰ ਇੱਕ ਸਟੈਂਡ ਸਟਿਲ ਨਾਮ ਦਾ ਐਗਰੀਮੈਂਟ ਸਾਈਨ ਕੀਤਾ, ਜਿਸ ਵਿੱਚ ਜਿਵੇਂ ਆਜ਼ਾਦੀ ਤੋਂ ਪਹਿਲਾਂ ਹੈਦਰਾਬਾਦ ਅਤੇ ਇੰਡੀਆ ਆਪਸ ਵਿੱਚ ਵਪਾਰ ਕਰਦੇ ਸਨ, ਉਵੇਂ ਹੀ ਇਹ ਵਪਾਰ ਅਗਲੇ 1 ਸਾਲ ਤੱਕ ਚੱਲਦਾ ਰਹੇਗਾ। ਹਜੇ ਸਟੈਂਡ ਸਟਿਲ ਐਗਰੀਮੈਂਟ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਕਿ ਉੱਧਰੋਂ ਹੈਦਰਾਬਾਦ ਨੇ ਪਾਕਿਸਤਾਨ ਨੂੰ 20 ਕਰੋੜ ਰੁਪਏ ਉਧਾਰ ਦੇ ਦਿੱਤੇ ਤੇ ਇਸ ਦੇ ਨਾਲ ਪਾਕਿਸਤਾਨ ਤੋਂ ਹਥਿਆਰ ਇੰਪੋਰਟ ਦੀ ਵੀ ਖਬਰ ਆਉਣ ਲੱਗੀ। ਇੰਡੀਆ ਸਰਕਾਰ ਇਸ ਵੇਲੇ ਆਪਣੀ ਫੌਜ ਹੈਦਰਾਬਾਦ ਨਹੀਂ ਭੇਜਣਾ ਚਾਹੁੰਦੀ ਸੀ ਕਿਉਂਕਿ ਉੱਧਰ ਸੇਮ ਸਮੇਂ ਤੇ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਟੈਂਸ਼ਨ ਵਧੀ ਹੋਈ ਸੀ ਤੇ ਇੰਡੀਆ ਦੋਵੇਂ ਪਾਸੇ ਲੜਾਈ ਮੁੱਲ ਨਹੀਂ ਲੈਣੀ ਚਾਹੁੰਦਾ ਸੀ। 16 ਅਪ੍ਰੈਲ 1948 ਨੂੰ ਸਰਦਾਰ ਪਟੇਲ ਨੇ ਨਿਜ਼ਾਮ ਨੂੰ ਇੱਕ ਸੰਦੇਸ਼ ਭੇਜਿਆ ਕਿ ਜੇ ਹੈਦਰਾਬਾਦ ਇੱਕ ਅਲੱਗ ਦੇਸ਼ ਬਣਨਾ ਚਾਹੁੰਦਾ ਹੈ, ਇਸ ਵਿੱਚ ਇੰਡੀਆ ਨੂੰ ਕੋਈ ਪ੍ਰੋਬਲਮ ਨਹੀਂ, ਪਰ ਭਾਰਤ ਸਰਕਾਰ ਕਿਸੇ ਵੀ ਹਾਲਤ ਵਿੱਚ ਹੈਦਰਾਬਾਦ ਨੂੰ ਪਾਕਿਸਤਾਨ ਨਾਲ ਨਹੀਂ ਮਿਲਣ ਦੇਵੇਗੀ। ਜਿਸ ਤੋਂ ਬਾਅਦ ਨਿਜ਼ਾਮ ਨੇ 22 ਅਪ੍ਰੈਲ 1948 ਨੂੰ ਮਾਊਂਟਬੈਟਨ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਪਾਕਿਸਤਾਨ ਨਾਲ ਨਾ ਮਿਲਣ ਲਈ ਇੰਡੀਆ ਤੋਂ ਕੁਝ ਰਿਆਇਤ ਮੰਗੀ ਜੋ ਕਿ ਹਜੇ ਤੱਕ ਕਿਸੇ ਹੋਰ ਰਜਵਾੜੇ ਨੂੰ ਨਹੀਂ ਦਿੱਤੀ ਗਈ ਸੀ, ਜਿਸ ਵਿੱਚ ਹੈਦਰਾਬਾਦ ਆਪਣਾ ਕਾਨੂੰਨ ਆਪ ਬਣਾਉਣਾ ਚਾਹੁੰਦਾ ਸੀ ਤੇ ਇੰਡੀਆ ਸਰਕਾਰ ਉਸ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੀ ਸੀ, ਚਾਹੇ ਉਹ ਕਾਨੂੰਨ ਹਿੰਦੂਆਂ ਦੇ ਖਿਲਾਫ ਹੀ ਕਿਉਂ ਨਾ ਹੋਵੇ, ਤੇ ਹੈਦਰਾਬਾਦ ਦੀ ਰਿਆਸਤ ਨੂੰ 20,000 ਤੱਕ ਆਪਣੀ ਫੌਜ ਰੱਖਣ ਦੀ ਛੋਟ ਦਿੱਤੀ ਜਾਵੇ ਤੇ ਇੰਡੀਆ ਦੀ ਫੌਜ ਹੈਦਰਾਬਾਦ ਵਿੱਚ ਕਦਮ ਨਹੀਂ ਰੱਖੇਗੀ ਜਿੰਨਾ ਚਿਰ ਕੋਈ ਵੱਡੀ ਐਮਰਜੈਂਸੀ ਨਹੀਂ ਆ ਜਾਂਦੀ। ਸਰਦਾਰ ਪਟੇਲ ਨੇ ਪਹਿਲਾਂ ਤਾਂ ਇਸ ਦਾ ਵਿਰੋਧ ਕੀਤਾ, ਪਰ ਮਾਊਂਟਬੈਟਨ ਦੇ ਬਹੁਤ ਸਮਝਾਉਣ ਤੇ 13 ਜੂਨ 1948 ਨੂੰ ਇਸ ਦੀ ਸਹਿਮਤੀ ਦੇ ਦਿੱਤੀ, ਪਰ ਬਾਅਦ ਵਿੱਚ ਨਿਜ਼ਾਮ ਆਪ ਹੀ ਆਪਣੀ ਜ਼ੁਬਾਨ ਤੋਂ ਮੁੱਕਰ ਗਿਆ ਤੇ ਹੈਦਰਾਬਾਦ ਨੂੰ ਅਲੱਗ ਦੇਸ਼ ਬਣਾਉਣ ਲਈ ਸੁਪਨੇ ਦੇਖਣ ਲੱਗ ਗਿਆ, ਜਿਸ ਤੋਂ ਬਾਅਦ ਭਾਰਤ ਸਰਕਾਰ ਭੜਕ ਗਈ। ਜਵਾਬ ਵਿੱਚ ਭਾਰਤ ਦੀ ਸੈਨਾ ਨੇ 13 ਸਤੰਬਰ 1948 ਨੂੰ ਆਪਰੇਸ਼ਨ ਕੈਟਰਪਿਲਰ ਸ਼ੁਰੂ ਕਰ ਦਿੱਤਾ। ਇਹ ਆਪਰੇਸ਼ਨ ਨੂੰ ਪੋਲੋ ਤੇ ਪੁਲਿਸ ਐਕਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਆਪਰੇਸ਼ਨ ਦੇ ਚੱਲਦੇ ਫੌਜ ਹੈਦਰਾਬਾਦ ਨੂੰ ਚਾਰੋਂ ਪਾਸੋਂ ਘੇਰ ਕੇ ਉਸ ਦੀ ਸੀਮਾ ਵਿੱਚ ਦਾਖਲ ਹੋ ਗਈ। ਦੋਨਾਂ ਫੌਜਾਂ ਵਿੱਚ 5 ਦਿਨ ਲਗਾਤਾਰ ਲੜਾਈ ਚੱਲਦੀ ਰਹੀ। 17 ਸਤੰਬਰ 1948 ਨੂੰ ਸ਼ਾਮ ਦੇ 4 ਵਜੇ ਹੈਦਰਾਬਾਦ ਦੇ ਨਿਜ਼ਾਮ ਨੇ ਰੇਡੀਓ ਤੋਂ ਅਨਾਉਂਸ ਕੀਤਾ ਕਿ ਉਹ ਹਾਰ ਮੰਨ ਚੁੱਕੇ ਹਨ ਤੇ ਇੰਸਟਰੂਮੈਂਟ ਆਫ ਐਕਸੈਸ਼ਨ ਤੇ ਸਾਈਨ ਕਰਕੇ ਇੰਡੀਆ ਨਾਲ ਮਿਲਣਾ ਚਾਹੁੰਦੇ ਹਨ। ਇਸ ਤਰ੍ਹਾਂ ਆਜ਼ਾਦੀ ਤੋਂ ਲਗਭਗ 13 ਮਹੀਨੇ ਬਾਅਦ ਹੈਦਰਾਬਾਦ ਨੂੰ ਭਾਰਤ ਦੇ ਨਕਸ਼ੇ ਵਿੱਚ ਜੋੜਿਆ ਗਿਆ। ਹੁਣ ਸਿਰਫ ਕਸ਼ਮੀਰ ਰਹਿ ਗਿਆ ਸੀ ਇੰਡੀਆ ਵਿੱਚ ਸ਼ਾਮਿਲ ਹੋਣ ਵਾਲਾ। ਕਸ਼ਮੀਰ ਵੀ ਨਾ ਇੰਡੀਆ ਨਾਲ ਮਿਲਣਾ ਚਾਹੁੰਦਾ ਸੀ ਅਤੇ ਨਾ ਹੀ ਪਾਕਿਸਤਾਨ ਨਾਲ। ਕਸ਼ਮੀਰ ਦਾ ਮਹਾਰਾਜਾ ਹਰੀ ਸਿੰਘ ਕਸ਼ਮੀਰ ਨੂੰ ਆਜ਼ਾਦ ਮੁਲਕ ਬਣਾਉਣਾ ਚਾਹੁੰਦਾ ਸੀ। ਕਸ਼ਮੀਰ ਵਿੱਚ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ ਸੀ, ਜਿਸ ਕਾਰਨ ਪਾਕਿਸਤਾਨ ਉੱਪਰੋਂ ਤਾਂ ਕਹਿ ਰਿਹਾ ਸੀ ਕਿ ਜੇ ਕਸ਼ਮੀਰ ਆਜ਼ਾਦ ਹੋਣਾ ਚਾਹੁੰਦਾ ਹੈ ਤਾਂ ਉਹ ਕਸ਼ਮੀਰ ਦਾ ਸਮਰਥਨ ਕਰਨਗੇ, ਪਰ ਅੰਦਰੋਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਸ਼ਮੀਰ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਹ ਗੱਲ ਭਾਰਤ ਸਰਕਾਰ ਨੂੰ ਹਜਮ ਨਹੀਂ ਆ ਰਹੀ ਸੀ ਤੇ ਦੂਜਾ ਪੰਡਿਤ ਨਹਿਰੂ ਆਪ ਕਸ਼ਮੀਰੀ ਸਨ, ਜਿਸ ਕਾਰਨ ਉਹ ਕਸ਼ਮੀਰ ਨੂੰ ਪਾਕਿਸਤਾਨ ਦੇ ਹੱਥ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ ਸੀ। ਕਸ਼ਮੀਰ ਹੁਣ ਇੱਕ ਆਜ਼ਾਦ ਰਿਆਸਤ ਤਾਂ ਸੀ, ਪਰ ਹਜੇ ਤੱਕ ਓਫੀਸ਼ੀਅਲੀ ਦੇਸ਼ ਨਹੀਂ ਬਣਿਆ ਸੀ। ਕਸ਼ਮੀਰ ਦਾ ਪਾਕਿਸਤਾਨ ਨਾਲ ਜ਼ਰੂਰੀ ਚੀਜ਼ਾਂ ਦਾ ਇੰਪੋਰਟ ਐਕਸਪੋਰਟ ਕਰਨ ਲਈ ਇੱਕ ਸਟੈਂਡ ਸਟਿਲ ਐਗਰੀਮੈਂਟ ਸਾਈਨ ਕੀਤਾ ਹੋਇਆ ਸੀ। ਪਾਕਿਸਤਾਨ ਨੇ ਥੋੜ੍ਹੇ ਟਾਈਮ ਬਾਅਦ ਹੀ ਇਹ ਐਗਰੀਮੈਂਟ ਤੋੜ ਦਿੱਤਾ ਤੇ ਕਸ਼ਮੀਰ ਨੂੰ ਪੈਟਰੋਲ, ਅਨਾਜ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਬੰਦ ਕਰ ਦਿੱਤੀ ਤੇ ਨਾਲ ਹੀ ਸਿਆਲਕੋਟ ਤੋਂ ਕਸ਼ਮੀਰ ਦੀ ਰੇਲਵੇ ਲਾਈਨ ਦੀ ਸੇਵਾ ਵੀ ਬੰਦ ਕਰ ਦਿੱਤੀ। 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਕਸ਼ਮੀਰ ਤੇ ਆਪਣੀ ਅਨਅਫੀਸ਼ੀਅਲ ਫੌਜ, ਜਿਹਨੂੰ ਕਾਬਲੀ ਕਹਿੰਦੇ ਸਨ, ਉਸ ਨਾਲ ਹਮਲਾ ਕਰ ਦਿੱਤਾ ਤੇ ਦੂਜੇ ਪਾਸੋਂ ਕਸ਼ਮੀਰ ਦੇ ਅੰਦਰੋਂ ਮਹਾਰਾਜਾ ਹਰੀ ਸਿੰਘ ਖਿਲਾਫ ਇੱਕ ਮੁਸਲਮਾਨ ਪੋਲੀਟੀਕਲ ਪਾਰਟੀ ਨੇ ਬਗਾਵਤ ਕਰ ਦਿੱਤੀ ਤੇ ਜਿੰਨੇ ਵੀ ਮੁਸਲਮਾਨ ਰਾਜੇ ਦੀ ਸੈਨਾ ਵਿੱਚ ਭਰਤੀ ਸਨ ਉਹ ਪਾਕਿਸਤਾਨ ਵਿੱਚ ਜਾ ਮਿਲੇ। ਇਸ ਨਾਲ ਪਾਕਿਸਤਾਨ ਦਾ ਹੌਸਲਾ ਹੋਰ ਵੱਧ ਗਿਆ ਤੇ ਜਲਦੀ ਉਹ ਮੁਜ਼ੱਫਰਬਾਦ ਪਹੁੰਚ ਗਏ, ਜੋ ਕਿ ਸ਼੍ਰੀਨਗਰ ਤੋਂ ਸਿਰਫ 164 ਕਿਲੋਮੀਟਰ ਦੂਰ ਸੀ। ਪਾਕਿਸਤਾਨ ਦੀ ਕਾਬਲੀ ਫੌਜ ਚਾਹੇ ਹਜ਼ਾਰਾਂ ਦੀ ਗਿਣਤੀ ਵਿੱਚ ਸੀ, ਪਰ ਕਸ਼ਮੀਰ ਦੇ ਬ੍ਰਿਗੇਡੀਅਰ ਰਜਿੰਦਰ ਸਿੰਘ ਨੇ ਉਰੀ ਕੋਲ ਇੱਕ ਪੁਲ ਨੂੰ ਨਸ਼ਟ ਕਰ ਦਿੱਤਾ, ਜਿਸ ਕਾਰਨ ਪਾਕਿਸਤਾਨ ਦੀ ਫੌਜ ਨੂੰ 2 ਦਿਨ ਵੱਧ ਲੱਗ ਗਏ ਅਤੇ ਜੇ ਉਹ ਇਹ ਪੁਲ ਨੂੰ ਨਸ਼ਟ ਨਾ ਕਰਦੇ ਤਾਂ ਉਸ ਦਿਨ ਪੂਰਾ ਕਸ਼ਮੀਰ ਇੰਡੀਆ ਦੇ ਹੱਥੋਂ ਨਿਕਲ ਜਾਣਾ ਸੀ। ਇਸ ਲੜਾਈ ਵਿੱਚ ਬ੍ਰਿਗੇਡੀਅਰ ਰਜਿੰਦਰ ਸਿੰਘ ਸ਼ਹੀਦ ਵੀ ਹੋ ਗਏ। ਹੁਣ ਹਮਲਾਵਰ ਉਰੀ ਟੱਪ ਆਏ ਸਨ ਅਤੇ ਸ਼੍ਰੀਨਗਰ ਸਿਰਫ 90 ਕਿਲੋਮੀਟਰ ਰਹਿ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮੋਹਰਾ ਬਿਜਲੀ ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੂਰੀ ਸ਼੍ਰੀਨਗਰ ਦੀ ਬਿਜਲੀ ਬੰਦ ਕਰ ਦਿੱਤੀ।
ਉਧਰ ਹੁਣ ਮਹਾਰਾਜਾ ਹਰੀ ਸਿੰਘ ਨੂੰ ਸਮਝ ਆ ਗਿਆ ਸੀ ਕਿ ਕਸ਼ਮੀਰ ਨੂੰ ਬਚਾਉਣਾ ਉਹਦੇ ਬਸ ਦੀ ਗੱਲ ਨਹੀਂ ਹੈ ਤੇ ਉਸਨੇ 24 ਅਕਤੂਬਰ ਨੂੰ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਭਾਰਤੀ ਫੌਜ ਕਸ਼ਮੀਰ ਨੂੰ ਆ ਕੇ ਬਚਾ ਲਏ। ਪਰ ਭਾਰਤ ਸਰਕਾਰ ਇਸ ਗੱਲ ਤੇ ਅੜੀ ਹੋਈ ਸੀ ਕਿ ਕਸ਼ਮੀਰ ਪਹਿਲਾਂ ਇੰਡੀਆ ਦਾ ਹਿੱਸਾ ਬਣੇ, ਫਿਰ ਹੀ ਉਹ ਕੋਈ ਫੈਸਲਾ ਲੈਣਗੇ। ਜਿਸ ਤੋਂ ਬਾਅਦ ਹਰੀ ਸਿੰਘ ਨੇ ਇੰਸਟਰੂਮੈਂਟ ਆਫ ਐਕਸੈਸ਼ਨ ਤੇ ਸਾਈਨ ਕਰਕੇ ਜੰਮੂ ਕਸ਼ਮੀਰ ਨੂੰ ਇੰਡੀਆ ਵਿੱਚ ਮਿਲਾ ਦਿੱਤਾ। ਹੁਣ ਕਸ਼ਮੀਰ ਇੰਡੀਆ ਦੀ ਜ਼ਿੰਮੇਵਾਰੀ ਬਣ ਗਿਆ ਸੀ। ਪਰ ਹਜੇ ਵੀ ਮਹਾਰਾਜਾ ਹਰੀ ਸਿੰਘ ਨੂੰ ਇਹ ਲੱਗ ਰਿਹਾ ਸੀ ਕਿ ਭਾਰਤੀ ਫੌਜ ਮੌਕੇ ਤੇ ਪਹੁੰਚ ਕੇ ਕਸ਼ਮੀਰ ਨੂੰ ਨਹੀਂ ਬਚਾ ਸਕੇਗੀ। ਤਾਂ ਉਸ ਰਾਤ ਹਰੀ ਸਿੰਘ ਨੇ ਆਪਣੇ ਦੀਵਾਨ ਨੂੰ ਕਿਹਾ ਕਿ ਜੇ ਕੱਲ੍ਹ ਸਵੇਰ ਤੱਕ ਭਾਰਤੀ ਫੌਜ ਦੇ ਜਹਾਜ਼ਾਂ ਦੀ ਆਵਾਜ਼ ਸੁਣਾਈ ਨਾ ਦਿੱਤੀ ਤਾਂ ਉਸ ਦਾ ਦੀਵਾਨ ਉਸ ਨੂੰ ਨੀਂਦ ਵਿੱਚ ਹੀ ਗੋਲੀ ਮਾਰ ਦੇਵੇ। ਆਖਿਰਕਾਰ ਭਾਰਤੀ ਹਵਾਈ ਫੌਜ 27 ਅਕਤੂਬਰ ਨੂੰ ਕਸ਼ਮੀਰ ਲਈ ਚੱਲ ਪਈ ਤੇ 1st ਸਿੱਖ ਬਟਾਲੀਅਨ ਦੇ ਪੈਰ ਜਦੋਂ ਹੀ ਸ਼੍ਰੀਨਗਰ ਵਿੱਚ ਪਏ ਤਾਂ ਕਾਬਲੀ ਫੌਜ ਉੱਥੋਂ ਵਾਪਸ ਭੱਜਣ ਲੱਗ ਗਈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਜਿਨ੍ਹਾਂ ਨੇ ਆਪਣੇ ਫੌਜ ਦੇ ਕਮਾਂਡਰ ਆਫ ਚੀਫ ਨੂੰ ਪੂਰੀ ਪਾਕਿਸਤਾਨੀ ਫੌਜ ਨੂੰ ਕਸ਼ਮੀਰ ਭੇਜਣ ਦੇ ਹੁਕਮ ਦਿੱਤੇ, ਪਰ ਪਾਕਿਸਤਾਨ ਦੇ ਕਮਾਂਡਰ ਆਫ ਚੀਫ ਔਕਨਲੇਕ ਨੇ ਇਹ ਹੁਕਮ ਮੰਨਣ ਤੋਂ ਮਨਾ ਕਰ ਦਿੱਤੇ। ਔਕਨਲੇਕ ਇੱਕ ਬ੍ਰਿਟਿਸ਼ ਸਰਕਾਰ ਦਾ ਕਰਮਚਾਰੀ ਸੀ ਜੋ ਕਿ ਮਾਊਂਟਬੈਟਨ ਤੋਂ ਹੇਠਾਂ ਕੰਮ ਕਰਦਾ ਸੀ। ਜਦੋਂ ਜਿਨ੍ਹਾਂ ਨੇ ਉਸ ਤੇ ਜ਼ੋਰ ਪਾਉਣਾ ਸ਼ੁਰੂ ਕੀਤਾ ਤਾਂ ਔਕਨਲੇਕ ਨੇ ਜਵਾਬ ਦਿੱਤਾ ਕਿ ਜੇ ਉਹ ਜ਼ਿਆਦਾ ਜ਼ੋਰ ਪਾਉਣਗੇ ਤਾਂ ਜਿੰਨੇ ਵੀ ਬ੍ਰਿਟਿਸ਼ ਸਿਪਾਹੀ ਪਾਕਿਸਤਾਨੀ ਫੌਜ ਵਿੱਚ ਹਨ ਉਹ ਫੌਜ ਛੱਡ ਕੇ ਚਲੇ ਜਾਣਗੇ। ਭਾਰਤ ਨੇ 31 ਦਸੰਬਰ ਨੂੰ ਯੂਨਾਈਟਿਡ ਨੇਸ਼ਨ ਵਿੱਚ ਪਾਕਿਸਤਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਤੇ 13 ਅਗਸਤ 1948 ਨੂੰ ਯੂਨਾਈਟਿਡ ਨੇਸ਼ਨ ਨੇ ਦੋਨਾਂ ਦੇਸ਼ਾਂ ਨੂੰ ਲੜਾਈ ਖਤਮ ਕਰਨ ਲਈ ਕਿਹਾ। ਇਸ ਵੇਲੇ ਭਾਰਤੀ ਫੌਜ ਨੇ ਕਸ਼ਮੀਰ ਵਿੱਚੋਂ ਕਾਬਲੀ ਹਮਲਾਵਰਾਂ ਨੂੰ ਕਾਫੀ ਹੱਦ ਤੱਕ ਖਦੇੜ ਦਿੱਤਾ ਸੀ, ਪਰ ਹਜੇ ਵੀ ਕੁਝ ਹਿੱਸੇ ਤੇ ਪਾਕਿਸਤਾਨ ਦਾ ਕਬਜ਼ਾ ਸੀ। ਪਰ 1 ਜਨਵਰੀ 1949 ਨੂੰ ਪਾਕਿਸਤਾਨ ਤੇ ਇੰਡੀਆ ਵਿਚਕਾਰ ਸੀਜ਼ ਫਾਇਰ ਲਾਗੂ ਹੋ ਗਿਆ, ਜਿਸ ਦੇ ਕਾਰਨ ਕਸ਼ਮੀਰ ਦਾ ਜਿੰਨਾ ਵੀ ਹਿੱਸਾ ਪਾਕਿਸਤਾਨ ਦੇ ਕਬਜ਼ੇ ਹੇਠ ਸੀ ਉਸ ਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਹਨ ਤੇ ਜਿਹੜਾ ਵੀ ਹਿੱਸਾ ਇੰਡੀਆ ਵੱਲ ਹੈ ਉਸ ਨੂੰ ਪਾਕਿਸਤਾਨ ਵਾਲੇ ਇੰਡੀਅਨ ਆਕੂਪਾਈਡ ਕਸ਼ਮੀਰ ਕਹਿੰਦੇ ਹਨ। ਤੇ ਸੀਜ਼ ਫਾਇਰ ਵਾਲੇ ਲਾਈਨ ਨੂੰ LOC ਯਾਨੀ ਕਿ ਲਾਈਨ ਆਫ ਕੰਟਰੋਲ ਕਿਹਾ ਜਾਂਦਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਦੋਨਾਂ ਦੇਸ਼ਾਂ ਵਿੱਚ 3 ਵੱਡੇ ਯੁੱਧ ਹੋ ਚੁੱਕੇ ਹਨ ਤੇ ਹਜੇ ਤੱਕ ਵੀ ਮਸਲਾ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ, ਪਰ ਅਖੀਰ ਵਿੱਚ ਕਸ਼ਮੀਰ ਦਾ ਅੱਧ ਤੋਂ ਵੱਧ ਹਿੱਸਾ ਇੰਡੀਆ ਦੇ ਹਿੱਸੇ ਆਇਆ। ਇੰਨੀਆਂ ਮੁਸ਼ਕਲਾਂ ਤੋਂ ਬਾਅਦ ਇੰਡੀਆ 565 ਅਲੱਗ-ਅਲੱਗ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਬਚ ਸਕਿਆ। ਹਾਂਜੀ, ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ।